ਸਰਦਾਰੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਵੱਲੋਂ ਪਿਆਰ ਤੇ ਨਿੱਘ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਉਮੀਦ ਹੈ ਕਿ ਸਵੇਰ ਤੋਂ ਤੁਸੀਂ ਟੀਵੀ ਤੇ ਪ੍ਰਸਾਰਿਤ ਵੱਖ-ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਹੁਣ ਵਾਰੀ ਹੈ ਜੀ ਸਿਹਤ ਸੰਭਾਲ ਦੀ। ਸਿਹਤ ਸੰਭਾਲ ਦੇ ਵਿੱਚ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ, ਜਿਸ ਤੋਂ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਜੀ ਉਹ ਲਾਹਾ ਲੈਂਦੇ ਨੇ। ਹਰ ਵਾਰ ਦੀ ਤਰ੍ਹਾਂ ਆਪਣੇ ਨਾਲ ਸਟੂਡੀਓ ਦੇ ਵਿੱਚ ਪਰਮਿੰਦਰ ਕੌਰ ਜੀ ਹਾਜ਼ਰ ਨੇ। ਜੀ ਆਇਆਂ ਨੂੰ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਸਿੱਧੂ ਜੀ, ਤੁਹਾਨੂੰ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਜਿਸ ਵਿਸ਼ੇ ਤੇ ਅਸੀਂ ਗੱਲਬਾਤ ਅੱਜ ਕਰਨੀ ਹੈ ਉਹ ਬੜਾ ਧਿਆਨ ਦੇ ਨਾਲ ਸੁਣਿਓ। ਅੱਜ ਕੱਲ੍ਹ ਕਿਉਂਕਿ ਸਰੀਰ ਨੂੰ ਕਈ ਤਰ੍ਹਾਂ ਦੀਆਂ ਅਲਾਮਤਾਂ, ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਅਸੀਂ ਮਹਿਸੂਸ ਕਰਦੇ ਹਾਂ, ਅਤੇ ਜਦੋਂ ਵੀ ਕੋਈ ਬਿਮਾਰੀ ਲੱਗਦੀ ਹੈ ਤਾਂ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਅਤੇ ਡਾਕਟਰ ਜਿਹੜਾ ਜੀ ਉਹਦੀ ਦਵਾਈ ਲਿਖ ਦਿੰਦਾ, ਅਸੀਂ ਦਵਾਈ ਲੈਂਦੇ ਹਾਂ, ਦਵਾਈ ਖਾਂਦੇ ਹਾਂ, ਜਿਹੜਾ ਉਹਦਾ ਕੋਰਸ ਹੁੰਦਾ ਉਹ ਪੂਰਾ ਕਰ ਲੈਂਦੇ ਹਾਂ। ਪਰ ਉਸ ਤੋਂ ਬਾਅਦ ਸਾਨੂੰ ਇੱਕ ਢੰਗ ਦੇ ਨਾਲ ਜਿਹੜੀ ਤੰਦਰੁਸਤੀ ਆ ਨਾ ਉਹ ਮਹਿਸੂਸ ਨਹੀਂ ਹੁੰਦੀ, ਬਾਵਜੂਦ ਇਸ ਤੇ ਕਿ ਅਸੀਂ ਬਹੁਤ ਸਾਰੀਆਂ ਪ੍ਰਿਸਕ੍ਰਿਪਸ਼ਨ ਸਾਡੇ ਕੋਲ ਹੁੰਦੀਆਂ ਨੇ, ਦਵਾਈਆਂ ਅਸੀਂ ਮਲਟੀਪਲ ਖਾਂਦੇ ਹਾਂ, ਪਰ ਤੰਦਰੁਸਤ ਮਹਿਸੂਸ ਨਹੀਂ ਕਰਦੇ। ਉਹਦਾ ਕੀ ਕਾਰਨ ਹੋਊਗਾ? ਅਸੀਂ ਕੰਪੈਰੀਜ਼ਨ ਕਰਨ ਦੀ ਟਰਾਈ ਕਰਾਂਗੇ ਕਿ ਹੋਮਿਓਪੈਥੀ ਜਿਹੜੀ ਹੈ ਜੀ ਉਹ ਕਿਵੇਂ ਵਰਕ ਕਰਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ, ਅਤੇ ਐਲੋਪੈਥੀ ਕਿਵੇਂ ਵਰਕ ਕਰਦੀ ਹੈ ਜੀ। ਹਾਂਜੀ ਪਰਮਿੰਦਰ ਜੀ, ਅੱਜ ਕੱਲ੍ਹ ਸਾਰੇ ਪਾਸੇ ਹਾਲਾਤ ਇਹੀ ਨੇ ਜੀ ਕਿ ਜਿੰਨਾ ਵੀ ਗੱਲ ਕਰ ਲਓ ਵੀ ਥੱਬਾ ਦਵਾਈਆਂ ਦਾ ਇਕੱਠਾ ਕੀਤਾ ਹੁੰਦਾ, ਪਰ ਤੰਦਰੁਸਤ ਅਸੀਂ ਫੇਰ ਹੀ ਮਹਿਸੂਸ ਕਰਦੇ। ਬਿਲਕੁਲ, ਕੀ ਕਾਰਨ ਹੋਊ? ਦੇਖੋ ਸਿੱਧੂ ਜੀ, ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹ ਇੱਕ ਐਕਿਊਟ ਕੰਡੀਸ਼ਨ ਹੈ। ਜੇ ਤਾਂ ਚਲੋ ਕੋਈ ਛੋਟੀ ਮੋਟੀ ਸਰਦੀ ਜ਼ੁਕਾਮ, ਖਾਂਸੀ, ਬੁਖਾਰ, ਇਸ ਤਰ੍ਹਾਂ ਕੋਈ ਕੰਡੀਸ਼ਨ ਆਉਂਦੀ ਹੈ ਤਾਂ ਇੱਕ ਆਪਣਾ ਛੋਟਾ ਸਪੈਨ ਜਾਂ ਟਰੀਟਮੈਂਟ ਲੈ ਕੇ ਅਸੀਂ ਉਸ ਤੋਂ ਅੱਛਾ ਮਹਿਸੂਸ ਕਰਦੇ ਹਾਂ ਜੀ। ਅਤੇ ਪਰ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਉਹ ਵੀ ਆਪਾਂ ਬਹੁਤ ਵਾਰੀ ਡਿਸਕਸ ਕੀਤਾ ਹੈ ਕਿ ਉਹਨਾਂ ਛੋਟੀਆਂ ਜਿਹੜੀਆਂ ਐਕਿਊਟ ਕੰਡੀਸ਼ਨਸ ਹੈਗੀਆਂ ਉਹਨਾਂ ਦੇ ਅੰਦਰ ਲਿੱਤੇ ਹੋਏ ਟਰੀਟਮੈਂਟ ਸਾਨੂੰ ਲੌਂਗ ਟਰਮ ਹੈਲਥ ਡਿਸਆਰਡਰਸ ਨਾਲ ਜੋੜ ਦਿੰਦੇ ਆ, ਜਿਹੜੀਆਂ ਕਿ ਕੰਡੀਸ਼ਨਸ ਅਸੀਂ ਬੱਚਿਆਂ ਦੇ ਵਿੱਚ ਬੜਾ ਕਾਮਨਲੀ ਦੇਖਦੇ ਹੈਗੇ ਆ। ਸੋ ਉਹ ਚੀਜ਼ ਨੂੰ ਆਪਾਂ ਵੀ ਕੈਨ ਡਿਸਕਸ ਲੇਟਰ, ਯੂ ਕੈਨ ਕੀਪ ਇਟ ਇਨ ਮਾਈਂਡ। ਪਰ ਆਪਾਂ ਇਸ ਵੇਲੇ ਜਿਹੜਾ ਸਾਡਾ ਮੁੱਦਾ ਹੈਗਾ ਵੀ ਜ਼ਿਆਦਾਤਰ ਜਿੰਨੇ ਵੀ ਪੇਸ਼ੈਂਟ, ਚਾਹੇ ਉਹ ਹੋਮਿਓਪੈਥੀ ਸੀਕ ਕਰਦੇ ਆ ਜਾਂ ਕੋਈ ਵੀ ਅਦਰ ਆਲਟਰਨੇਟ ਮੋਡ ਆਫ ਟਰੀਟਮੈਂਟ ਸੀਕ ਕਰਦੇ ਆ, ਕੋਈ ਆਯੁਰਵੇਦ ਜਾਂਦਾ, ਕੋਈ ਨੈਚੁਰੋਪੈਥੀ ਜਾਂਦਾ, ਦੇ ਆਰ ਆਲਰੇਡੀ ਚੈਲੰਜ ਵਿਦ ਮਲਟੀਪਲ ਹੈਲਥ ਇਸ਼ੂਜ਼। ਉਹਨਾਂ ਕੋਲ ਆਲਰੇਡੀ ਖੂਬ ਸਾਰੀਆਂ ਪ੍ਰੋਬਲਮਸ ਨੇ, ਜਿਨ੍ਹਾਂ ਦੀ ਖੂਬ ਸਾਰੀਆਂ ਪ੍ਰਿਸਕ੍ਰਿਪਸ਼ਨ ਦਵਾਈਆਂ ਵੀ ਚੱਲ ਰਹੀਆਂ, ਫਿਰ ਵੀ ਪੇਸ਼ੈਂਟ ਜਿਹੜਾ ਉਹ ਤੰਦਰੁਸਤ ਨਹੀਂ ਮਹਿਸੂਸ ਕਰਦਾ, ਜਾਂ ਫਿਰ ਨਵੀਆਂ ਕੁਝ ਨਾ ਕੁਝ ਬਿਮਾਰੀਆਂ ਜਾਂ ਪ੍ਰੋਬਲਮਸ ਜਿਹੜੀਆਂ ਉਹ ਜੁੜਦੀਆਂ ਜਾਂਦੀਆਂ। ਪੇਸ਼ੈਂਟ ਕਹਿੰਦਾ ਵੀ ਆਪਣੇ ਵੱਲੋਂ ਮੈਂ ਦਵਾਈਆਂ ਸਮੇਂ ਸਿਰ ਖਾਨਾ, ਜੋ ਪ੍ਰੀਕਾਸ਼ਨਸ ਦਿੱਤੀਆਂ ਮੈਂ ਸਮੇਂ ਸਿਰ ਉਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਵੀ ਰੱਖਦਾ, ਫਿਰ ਵੀ ਮੈਂ ਚੰਗਾ ਮਹਿਸੂਸ ਨਹੀਂ ਕਰਦਾ ਜੀ। ਸੋ ਇੱਥੇ ਆਪਾਂ ਇਹ ਨਹੀਂ ਡਿਸਕਸ ਕਰ ਰਹੇ ਵੀ ਕਿਹੜੀ ਪੈਥੀ ਚੰਗੀ ਤੇ ਮਾੜੀ ਹੈ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਦਾਂ ਸਾਡੇ ਨਾਲ ਕਿਉਂ ਹੁੰਦਾ। ਸਾਰਿਆਂ ਤੋਂ ਪਹਿਲਾਂ ਜੇ ਅਸੀਂ ਪ੍ਰਿਸਕ੍ਰਿਪਸ਼ਨ ਦੀ ਗੱਲ ਕੀਤੀ ਹੈ ਤਾਂ ਉਹ ਇੱਕ ਕਨਵੈਨਸ਼ਨਲ ਟਰੀਟਮੈਂਟ ਦੇ ਪ੍ਰਿਸਕ੍ਰਿਪਸ਼ਨ ਦੀ ਗੱਲ ਹੋ ਰਹੀ ਹੈਗੀ ਹੈ ਕਿ ਕੋਈ ਮਰੀਜ਼ ਉਹਦੇ ਕੋਲ ਬਲੱਡ ਪ੍ਰੈਸ਼ਰ ਦੀ ਇਕੱਲੀ ਪ੍ਰਿਸਕ੍ਰਿਪਸ਼ਨ ਹੈ, ਕਿਸੇ ਕੋਲ ਬਲੱਡ ਪ੍ਰੈਸ਼ਰ ਤੇ ਥਾਇਰੋਇਡ ਦੀ ਪ੍ਰਿਸਕ੍ਰਿਪਸ਼ਨ ਹੈ, ਕਿਸੇ ਕੋਲ ਬਲੱਡ ਪ੍ਰੈਸ਼ਰ, ਥਾਇਰੋਇਡ ਐਂਡ ਕੋਲੈਸਟਰੋਲ ਦੀ ਪ੍ਰਿਸਕ੍ਰਿਪਸ਼ਨ ਹੈ, ਕਿਸੇ ਕੋਲ ਪਹਿਲੀਆਂ ਦੋ ਤੇ ਦੂਜੀਆਂ ਤਿੰਨ ਤੇ ਤੀਸਰੀਆਂ। ਸੋ ਮਲਟੀਪਲ ਹੈਲਥ ਇਸ਼ੂਜ਼ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨ ਹੈ, ਜਿਹਨੂੰ ਕਿ ਪੋਲੀ ਫਾਰਮੇਸੀ ਕਿਹਾ ਜਾਂਦਾ ਹੈ ਜੀ। ਠੀਕ ਹੈ ਜੀ। ਮਲਟੀਪਲ ਡਰੱਗਸ ਐਟ ਅ ਟਾਈਮ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਉਹਦੀਆਂ ਅਲੱਗ-ਅਲੱਗ ਹੈਲਥ ਇਸ਼ੂਜ਼ ਵਾਸਤੇ। ਇਸ ਤੋਂ ਵੀ ਕੰਪਲੈਕਸ ਹੈਲਥ ਡਿਸਆਰਡਰਸ ਹੈਗੇ ਨੇ, ਪੇਸ਼ੈਂਟਸ ਕੋਲ ਆਟੋਇਮਿਊਨ ਡਿਸਆਰਡਰਸ ਹੈਗੇ ਨੇ, ਕਈ ਪੇਸ਼ੈਂਟਸ ਕੋਲ ਕੈਂਸਰ ਹੈਲਥ ਇਸ਼ੂਜ਼ ਹੈਗੇ ਨੇ, ਜਾਂ ਉਹ ਆਲਰੇਡੀ ਉਸ ਕੈਂਸਰ ਨੂੰ ਓਵਰਕਮ ਕਰ ਚੁੱਕੇ ਤਾਂ ਉਸ ਦੀਆਂ ਪਿੱਛੇ ਦੀਆਂ ਦਵਾਈਆਂ ਚੱਲ ਰਹੀਆਂ। ਸੋ ਦੇਰ ਇਜ਼ ਲੋਟ ਦੈਟ ਵੀ ਹੈਵ ਔਨ ਆਰ ਪਲੇਟ ਜੀ। ਹੁਣ ਇੱਥੇ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਸਮਝਣੀ ਕਿ ਜਦੋਂ ਅਸੀਂ ਕਨਵੈਨਸ਼ਨਲ ਅਪਰੋਚ 'ਚ ਜਾਂਦੇ ਹਾਂ ਤਾਂ ਕੋਈ ਵੀ ਕੈਮੀਕਲ ਜਿਹੜਾ ਕਿ ਪੇਸ਼ੈਂਟ ਨੂੰ ਦਿੱਤਾ ਜਾਂਦਾ ਹੈ ਕਿਸੇ ਵੀ ਹੈਲਥ ਇਸ਼ੂ ਵਾਸਤੇ, ਉਸ ਦੀ ਸਟੱਡੀ ਕਿਸੇ ਇੱਕ ਰੋਗ ਪਿੱਛੇ ਕੀਤੀ ਜਾਂਦੀ ਹੈ ਜੀ। ਠੀਕ ਹੈ ਜੀ। ਜਿਵੇਂ ਕਿ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਉਹਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈਗਾ ਤਾਂ ਉਸ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਾਸਤੇ ਕਿਹੜਾ ਸਾਲਟ ਕੰਮ ਕਰੇਗਾ ਤੇ ਇਸ ਸਾਲਟ ਦਾ ਐਕਸ਼ਨ ਸਰੀਰ 'ਚ ਜਾ ਕੇ ਕੀ ਹੈ ਉਹਦੀ ਸਟੱਡੀ ਕੀਤੀ ਜਾਂਦੀ ਹੈ ਡਿਜ਼ੀਜ਼ ਬੇਸਡ ਜੀ। ਸੋ ਭਾਵ ਕਿ ਉਸ ਕੈਮੀਕਲ ਨੂੰ ਬਿਮਾਰੀ ਦੇ ਉੱਤੇ ਸਰਚ ਕੀਤਾ ਜਾਂਦਾ ਤੇ ਜਦੋਂ ਉਸ ਦੀ ਸਰਚ ਕੀਤੀ ਜਾਂਦੀ ਹੈ ਉਹਦੇ ਇਫੈਕਟਸ ਨੂੰ ਨੋਟ ਕੀਤਾ ਜਾਂਦਾ ਹੈ ਤੇ ਨਾਲ ਹੀ ਉਹਦੇ ਸਾਈਡ ਇਫੈਕਟਸ ਨੋਟ ਕੀਤਾ। ਇਹ ਆਪਾਂ ਬੜਾ ਕਾਮਨਲੀ ਅੱਜ ਕੱਲ੍ਹ ਤਾਂ ਪੀਪਲ ਹੈਵ ਐਕਸੈਸ ਟੂ ਗੂਗਲ, ਪੀਪਲ ਹੈਵ ਐਕਸੈਸ ਟੂ WebMD, ਜਿਹਦੇ 'ਚ ਉਹ ਆਪਣੀਆਂ ਪ੍ਰਿਸਕ੍ਰਿਪਸ਼ਨ ਮੈਡੀਸਿਨਸ ਬਾਰੇ ਪੜ੍ਹਦੇ ਨੇ। ਪੇਸ਼ੈਂਟਸ ਆ ਕੇ ਦੱਸਦੇ ਨੇ ਵੀ ਮੈਨੂੰ ਪਤਾ ਹੈ ਜੀ ਇੱਦਾਂ ਇਹਦਾ ਇਫੈਕਟ ਹੈਗਾ, ਇਸ ਤਰ੍ਹਾਂ ਇਹ ਮੇਰੇ ਸਰੀਰ 'ਚੋਂ ਪਾਣੀ ਕੱਢ ਰਹੀ ਹੈ, ਇਸ ਕਰਕੇ ਮੇਰਾ ਬਲੱਡ ਪ੍ਰੈਸ਼ਰ ਥੱਲੇ ਜਾ ਰਿਹਾ, ਵਿਚ ਇਜ਼ ਵੈਰੀ ਗੁੱਡ। ਤੇ ਨਾਲ ਦੀ ਨਾਲ ਉਹਦੇ ਥੱਲੇ ਸਾਈਡ ਇਫੈਕਟਸ ਲਿਸਟਡ ਹੁੰਦੇ ਨੇ ਵੀ ਇਹ ਇੱਕ ਕੈਮੀਕਲ ਤੁਹਾਡੇ ਸਰੀਰ 'ਚ ਜਾ ਕੇ ਆਹ ਫਾਇਦਾ ਕਰੂਗਾ ਤੇ ਇਹ ਵਾਲੇ ਸਾਈਡ ਇਫੈਕਟਸ ਆ ਸਕਦੇ ਨੇ। ਕੋਈ ਜ਼ਰੂਰੀ ਨਹੀਂ ਵੀ ਇਹ ਸਾਰੇ ਸਾਈਡ ਇਫੈਕਟਸ ਤੁਹਾਡੇ 'ਚ ਆਉਣਗੇ, ਕੋਈ ਇੱਕ ਆ ਸਕਦਾ ਤੇ ਹੋ ਸਕਦਾ ਕੋਈ ਨਾ ਵੀ ਆਵੇ। ਠੀਕ ਹੈ।
ਹੁਣ ਇਹ ਹੋ ਗਿਆ ਇੱਕ ਡਿਜ਼ੀਜ਼ ਤੇ ਇੱਕ ਕੈਮੀਕਲ ਦੀ ਗੱਲ। ਜੀ। ਹੁਣ ਆਪਾਂ ਜਦੋਂ ਦੂਸਰੇ ਥਾਇਰੋਇਡ ਦੀ ਗੱਲ ਕਰ ਲਈਏ, ਕੋਲੇਸਟ੍ਰੋਲ ਦੀ ਗੱਲ ਕਰ ਲਈਏ, ਤਾਂ ਉਹਦੀ ਵੀ ਇੱਕ ਸੈਲਫ ਸਟੱਡੀ, ਇੱਕ ਕੈਮੀਕਲ ਦੀ ਇੱਕ ਡਿਜ਼ੀਜ਼ ਦੇ ਉੱਤੇ ਸਟੱਡੀ ਹੋ ਗਈ ਜੀ। ਉਹਦਾ ਵੀ ਇਫੈਕਟ ਆ ਗਿਆ, ਉਹਦੇ ਵੀ ਸਾਈਡ ਇਫੈਕਟਸ ਆ ਗਏ। ਪਰ ਇਹੋ ਜੀ ਕੋਈ ਵੀ ਸਟੱਡੀ ਨਹੀਂ ਹੈ ਸਿੱਧੂ ਜੀ ਜਿਹਦੇ ਅੰਦਰ ਇਹ ਦੇਖਿਆ ਜਾਵੇ ਕਿ ਇਸ ਮਰੀਜ਼ ਦੇ ਅੰਦਰ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਦੇ 2 ਕੈਮੀਕਲ ਅੰਦਰ ਜਾਣਗੇ ਤੇ ਉਹ ਕਿਸ ਤਰ੍ਹਾਂ ਦੇ ਸਾਈਡ ਇਫੈਕਟਸ ਪੈਦਾ ਕਰ ਸਕਦੇ ਨੇ, ਜੀ। ਜਾਂ ਫਿਰ ਇਸ ਮਰੀਜ਼ ਦੇ ਅੰਦਰ 4 ਕੈਮੀਕਲ ਜਾਣਗੇ ਤੇ ਉਹ ਕਿਦਾਂ ਦੇ ਸਾਈਡ ਇਫੈਕਟਸ ਪੈਦਾ ਕਰ ਸਕਦੇ ਨੇ। ਉਹ ਆਪੋ ਆਪਣੇ ਅਲੱਗ-ਅਲੱਗ ਤਾਂ ਪੈਦਾ ਕਰਦੇ ਨੇ ਕਿ ਉਹ ਆਪਸ 'ਚ ਵੀ ਕੁਝ ਇੰਟਰੈਕਟ ਕਰਨਗੇ, ਨਾਟ ਓਨਲੀ ਬਿਕਾਜ਼ ਇਹ ਕੈਮੀਕਲ ਇੰਟਰੈਕਸ਼ਨ ਹੈ, ਮਰੀਜ਼ ਦੇ ਸਰੀਰ ਦੇ ਅੰਦਰ ਹੋਰ ਜਾਣ ਵਾਲੀਆਂ ਜਿਹੜੀਆਂ ਉਹਦੀਆਂ ਖੁਰਾਕਾਂ ਨੇ, ਜਾਂ ਉਹ ਖੁਦ ਕੋਈ ਹੋਰ ਡਰੱਗ ਅਬਿਊਜ਼ ਕਰ ਰਿਹਾ, ਕੋਈ ਹੋਰ ਚੀਜ਼ ਲੈ ਰਿਹਾ, ਉਹਦੀ ਡਾਈਟ ਕਿੱਦਾਂ ਦੀ ਹੈਗੀ, ਉਹਦੇ ਸਟ੍ਰੈਸਰਸ ਕਿੱਦਾਂ, ਉਹਦੇ ਨਾਲ ਵੀ ਇਹ ਕੈਮੀਕਲ ਜਾ ਕੇ ਕਿੱਦਾਂ ਇੰਟਰੈਕਟ ਕਰਨਗੇ, ਇਦਾਂ ਦੀਆਂ ਕੋਈ ਸਟੱਡੀਜ਼ ਹੈ ਨਹੀਂ, ਪੋਸੀਬਲ ਹੀ ਨਹੀਂ ਹੈ, ਹਿਊਮਨਲੀ ਪੋਸੀਬਲ ਨਹੀਂ ਹੈ। ਇਸੇ ਹੀ ਕਰਕੇ ਜਦੋਂ ਅਸੀਂ ਪੋਲੀਫਾਰਮੇਸੀ 'ਚ ਜਾਂਦੇ ਹਾਂ ਤਾਂ ਚੀਜ਼ਾਂ ਜਿਹੜੀਆਂ ਕੰਪਲੈਕਸ ਹੁੰਦੀਆਂ ਜਾਂਦੀਆਂ। ਸੋ ਪੇਸ਼ੈਂਟ ਜਿਹੜਾ ਹੈਲਦੀ ਮਹਿਸੂਸ ਕਰਨ ਦੀ ਜਗ੍ਹਾ ਹੋਰ ਵੀ ਸਿੱਕ ਮਹਿਸੂਸ ਕਰਦਾ, ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦੀਆਂ ਕਿ ਕੋਗਨੀਟਿਵ ਬਿਹੇਵੀਅਰਸ, ਉਹਨਾਂ ਦਾ ਸੋਚ ਸ਼ਕਤੀ, ਉਹਨਾਂ ਦੀ ਮੈਮਰੀ, ਉਹਨਾਂ ਦੀ ਥਾਟ ਪ੍ਰੋਸੈਸ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦਾ ਪ੍ਰੋਸੈਸਿੰਗ ਟਾਈਮ, ਅੰਡਰਸਟੈਂਡਿੰਗ, ਸਲੀਪ, ਭੁੱਖ, ਚੱਲਣਾ ਫਿਰਨਾ, ਨਮਨੈਸ, ਸਕਰੋਲਿੰਗ, ਬੈਲੈਂਸ ਲਾਸ, ਚੱਕਰ ਆਉਣਾ, ਇਹ ਸਾਰਾ ਕੁਝ ਜਿਹੜਾ ਹੈ ਬਿਕਾਜ਼ ਆਫ ਆਲ ਦਿਸ ਜਿਹੜਾ ਹੈ ਉਹ ਉਹਨਾਂ ਦਾ ਵੱਧਦਾ ਤੁਰਿਆ ਜਾਂਦਾ। ਜੀ ਜੀ। ਜਿਵੇਂ ਆਪਾਂ ਕੋਲੇਸਟ੍ਰੋਲ ਦੀ ਗੱਲ ਕੀਤੀ ਜਾਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਹੈ, ਹੁਣ ਗੋਲੀ ਤੁਸੀਂ ਕੋਲੇਸਟ੍ਰੋਲ ਦੀ ਖਾਂਦੇ ਹੋ, ਕੋਲੇਸਟ੍ਰੋਲ ਤੁਹਾਡਾ ਚਲੋ ਮੰਨ ਲੈਂਦੇ ਆ ਘਟੀ ਜਾਂਦਾ ਤੇ ਲੱਤਾਂ ਤੁਹਾਡੀਆਂ ਦੁਖੀ ਜਾਂਦੀਆਂ, ਕਹਿ ਲਓ ਵੀ ਜਿਹਨੂੰ ਨਾੜਾਂ ਚੜੀ ਜਾਂਦੀਆਂ, ਕੜਲ ਪਈ ਜਾਂਦੇ ਨੇ ਜੀ, ਉਹਲੀ ਫਿਰ ਕਹਿੰਦੇ ਹੋਰ ਕੰਪਨੀ ਦੀ ਦਵਾਈ ਖਾ ਲਓ ਜੀ ਤੇ ਜਿਹੜੀ ਇਹ ਸਮੱਸਿਆ ਜਿਹੜੀ ਹਟ ਜੂਗੀ। ਮੇਨ ਸਾਲਟ, ਬੇਸ ਸਾਲਟ ਜਿਹੜਾ ਜੀ ਸਾਰੀਆਂ ਦਵਾਈਆਂ ਦਾ ਸੇਮ ਆ ਜਿਹੜਾ ਕੋਲੇਸਟ੍ਰੋਲ ਦਾ, ਪਰ ਜੇ ਤੁਸੀਂ ਉਹਦਾ ਮੈਨੂਫੈਕਚਰ ਚੇਂਜ ਕਰ ਦਿੰਦੇ ਹੋ ਤੇ ਫਿਰ ਸਾਈਡ ਇਫੈਕਟ ਕਿੱਦਾਂ ਘਟ ਜਾਂਦੇ ਜੀ? ਨਹੀਂ, ਉਹਨਾਂ ਦੇ ਮੈਨੂਫੈਕਚਰ ਚੇਂਜ ਕਰਨਾ ਸਾਈਡ ਇਫੈਕਟ ਨਹੀਂ ਕਰਦੇ। ਸਟੈਟਿਨ ਮੈਡੀਕੇਸ਼ਨ ਇਜ਼ ਅ ਸਟੈਟਿਨ ਮੈਡੀਕੇਸ਼ਨ, ਠੀਕ ਹੈ ਜੀ। ਸੋ ਦਿਸ ਇਜ਼ ਨਾਟ ਅਬਾਊਟ ਸਟੈਟਿਨ ਮੈਡੀਕੇਸ਼ਨ ਸਾਈਡ ਇਫੈਕਟਸ। ਆਪਾਂ ਤਾਂ ਸਮਝਣਾ ਇਹ ਹੈ ਵੀ ਮੈਂ ਕਿਉਂ ਬਿਮਾਰ ਹੋ ਰਿਹਾ। ਐਜ਼ ਯੂ ਜਸਟ ਗਿਵ ਐਨ ਬਿਊਟੀਫੁਲ ਐਗਜ਼ਾਮਪਲ ਕਿ ਜਿਹੜੇ ਸਟੈਟਿਨ ਮੈਡੀਕੇਸ਼ਨਸ ਹੈ ਉਹ ਆਪਣਾ ਟਾਰਗੇਟ ਤਾਂ ਮੀਟ ਕਰਦੀਆਂ ਵੀ ਕੋਲੇਸਟ੍ਰੋਲ ਨੂੰ ਥੱਲੇ ਕਰਦੀਆਂ, ਅਲੋਂਗ ਵਿਦ ਦੈਟ ਉਹ ਸਾਡੇ ਮਸਲ ਹੈਲਥ ਦੇ ਉੱਤੇ ਵੀ ਅਸਰ ਪਾਉਂਦੀਆਂ ਤੇ ਸਾਡੇ ਮਸਲਸ ਦੇ ਦੀ ਜਿਹੜੀ ਅਟ੍ਰੋਫੀ, ਕਮਜ਼ੋਰੀ, ਵੀਕਨੈਸ, ਟਾਇਰਡਨੈਸ, ਡੈਮੇਜ ਇਹ ਪੈਦਾ ਕਰਦੀਆਂ। ਐਂਡ ਆਪਾਂ ਅੱਗੇ ਵੀ ਇਸ ਚੀਜ਼ ਨੂੰ ਡਿਸਕਸ ਕੀਤਾ ਹੈ ਕਿ ਜੇ ਅਸੀਂ ਇਹ ਕਲੇਮ ਕਰਦੇ ਹਾਂ ਵੀ ਹਾਈ ਕੋਲੇਸਟ੍ਰੋਲ ਇਜ਼ ਡੇਂਜਰਸ ਫॉर ਹਾਰਟ ਹੈਲਥ, ਤਾਂ ਫਿਰ ਹਾਰਟ ਸਾਰਾ ਜਿਹੜਾ ਮਸਲ ਦਾ ਬਣਿਆ ਹੈ ਤੇ ਇਹ ਦਵਾਈ ਮਸਲ ਅਟ੍ਰੋਫੀ ਤੇ ਮਸਲ ਵੀਕਨੈਸ ਤੇ ਮਸਲ ਡੈਮੇਜ ਕਰਦੀ ਹੈ, ਤਾਂ ਫਿਰ ਹਾਰਟ ਦੇ ਉੱਤੇ ਵੀ ਇਹਦਾ ਕੋਈ ਨਾ ਕੋਈ ਹਾਰਟ ਦੇ ਮਸਲ ਤੇ ਵੀ ਕੁਝ ਅਸਰ ਪੈਂਦਾ ਹੈ ਜੀ। ਯੈਸ, ਸੋ ਕੁਝ ਨਾ ਕੁਝ ਤਾਂ ਇਹ ਆਪਣਾ ਕੁਝ ਬੈਡ ਇਫੈਕਟਸ ਜਾਂ ਸਾਈਡ ਇਫੈਕਟਸ ਸਾਨੂੰ ਜ਼ਰੂਰ ਦਿੰਦੀਆਂ ਹੋਣਗੀਆਂ ਜੀ। ਸੋ ਦਿਸ ਇਜ਼ ਵਾਈ ਵੀ ਫੀਲ ਕਿ ਜਿਹੜਾ ਸਾਡਾ ਸਰੀਰ ਹੈ ਹੋਰ ਢਹਿੰਦੀ ਕਲਾ ਵੱਲ ਨੂੰ ਜਾਂਦਾ, ਹੋਰ ਕੁਝ ਨਾ ਕੁਝ ਇਹਦੇ ਵਿੱਚ ਜੁੜਿਆ ਰਹਿੰਦਾ, ਜਾਂ ਫਿਰ ਐਜ਼ ਆਈ ਸੈਡ ਭੁੱਖ ਮਰ ਗਈ ਜਾਂ ਤੁਹਾਡੀ ਨੀਂਦ ਉੱਡ ਗਈ। ਬਹੁਤ ਕਾਮਨ ਹੈ, ਮਰੀਜ਼ ਕਹਿੰਦਾ ਇੰਨਾ ਗੱਫਾ ਮੈਂ ਦਵਾਈਆਂ ਦਾ ਖਾ ਲੈਣਾ ਫਿਰ ਮੇਰਾ ਖਾਣ ਨੂੰ ਜੀ ਨਹੀਂ ਕਰਦਾ, ਮੇਰੀ ਭੁੱਖ ਮਰੀ ਹੋਈ ਹੈ। ਸੋ ਜਿਹੜਾ ਪੇਸ਼ੈਂਟ ਇੰਨੇ ਕੈਮੀਕਲ ਖਾ ਰਿਹਾ, ਉਹਦੇ ਬਾਡੀ ਦੇ ਅੰਦਰ ਇੰਨੇ ਸਾਈਡ ਇਫੈਕਟਸ ਹੋ ਰਹੇ, ਤੇ ਉੱਤੋਂ ਉਹ ਖਾਣਾ ਪੀਣਾ ਵੀ ਪ੍ਰੋਪਰ ਨਹੀਂ ਖਾਏਗਾ ਜਾਂ ਉਹਨੂੰ ਖਾਣਾ ਪੀਣਾ ਪਚਣਾ ਬੰਦ ਹੋ ਜਾਂਦਾ। ਬਹੁਤ ਵਾਰੀ ਇਹ ਵੀ ਤੁਸੀਂ ਦੇਖਿਆ ਹੋਏਗਾ ਕਿ ਇਸ ਤਰ੍ਹਾਂ ਦੀਆਂ ਕੁਝ ਮੈਡੀਕੇਸ਼ਨਸ ਨੇ ਜਿਹੜੀਆਂ ਕਿ ਤੁਹਾਡੇ ਮੈਦੇ ਲਈ ਇੰਨੀਆਂ ਸਟਰੋਂਗ ਨੇ ਕਿ ਉਹ ਦਵਾਈ ਦੇ ਪਿੱਛੇ ਤੁਹਾਨੂੰ ਨਾਲ ਐਂਟਾਸਿਡ ਲਾ ਦਿੱਤਾ ਜਾਂਦਾ ਹੈ ਜੀ, ਬਿਕਾਜ਼ ਦੇ ਨੋ ਕਿ ਇਹਨੇ ਪੇਟ ਨੂੰ ਜਾ ਕੇ ਅਟੈਕ ਕਰਨਾ ਹੈਗਾ। ਜਾਂ ਬਹੁਤ ਸਾਰੀਆਂ ਇਦਾਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਆਂਦਰਾਂ ਦੇ ਅੰਦਰ ਜਾ ਕੇ ਇਨਫਲੇਮੇਸ਼ਨ ਕਰਨਗੀਆਂ। ਬਹੁਤ ਸਾਰੇ ਇਦਾਂ ਦੇ ਮੈਡੀਕੇਸ਼ਨਸ ਨੇ ਜਿਹੜੀਆਂ ਕਿ ਤੁਹਾਡੇ ਇੰਟੈਸਟਾਈਨਲ ਮੂਵਮੈਂਟ ਨੂੰ ਤੇਜ਼ ਤੇ ਸਲੋ ਕਰ ਦੇਣਗੀਆਂ, ਜਿਸ ਨਾਲ ਕਿ ਕਿਸੇ ਨੂੰ ਕਬਜ਼ ਹੋ ਜਾਏਗੀ ਤੇ ਜਾਂ ਫਿਰ ਕਿਸੇ ਨੂੰ ਡਾਇਰੀਆ ਹੋ ਜਾਏਗਾ। ਤੇ ਇਹ ਚੀਜ਼ਾਂ ਵੀ ਫਿਰ ਅਗੇਨ ਵੀ ਨੋ ਪੇਟ ਤੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਤੇ ਮਰੀਜ਼ ਦਾ ਫਿਰ ਬੈਕਲੌਗ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ। ਸੋ ਮੋਸਟਲੀ ਕਨਸਟੀਪੇਸ਼ਨ ਜਿਹੜੀ ਹੈ ਜੀ ਇੱਕ ਖਾਸ ਤੌਰ ਦੇ ਉੱਪਰ ਜਿਹੜੇ ਹਾਰਟ ਨਾਲ ਰਿਲੇਟਡ ਦਵਾਈਆਂ ਖਾਂਦੇ ਨੇ ਉਹਨਾਂ ਦੇ ਵਿੱਚ ਇੱਕ ਆਮ ਜਿਹੀ ਗੱਲ ਹੈ। ਉਸ ਤੋਂ ਬਾਅਦ ਕਹਿੰਦੇ ਸਿਨਾਕੋਟ ਜਾਂ ਫਿਰ ਜਿਹੜੇ ਅੱਜ ਕੱਲ੍ਹ ਜਿਹੜੇ ਆਪਣੇ ਪੰਜਾਬੀ ਨੇ, ਦੇਸੀ ਨੇ, ਉਹ ਗੂਗਲ ਦੇਵਤਾ ਤੇ ਬਹੁਤ ਸਾਰੇ ਮਾਹਰ ਬੈਠੇ ਆ ਜੀ, ਤੇ ਉਹ ਉੱਥੋਂ ਫਿਰ ਜਿਹੜੇ ਨੁਸਖੇ ਉਹ ਖਾਣ ਲੱਗ ਪੈਂਦੇ। ਉਹਨਾਂ ਦਾ ਸਰੀਰ ਦੇ ਉੱਪਰ ਕੀ ਅਸਰ ਪੈਂਦਾ? ਜਿਹੜਾ ਕਿ ਆਲਰੇਡੀ ਆਪਾਂ ਗੱਲ ਕਰ ਰਹੇ ਕਿ ਸਿਚੁਏਸ਼ਨ ਆਲਰੇਡੀ ਇੰਨੀ ਕੰਪਲੈਕਸ ਚੱਲ ਰਹੀ ਹੈ, ਉਸ ਤੋਂ ਉੱਪਰ ਨਾਲ ਅਸੀਂ ਕੀ ਕਰਦੇ ਹਾਂ, ਇਹੋ ਜਿਹੀਆਂ ਚੀਜ਼ਾਂ ਲੈਣ ਦੀ ਸ਼ੁਰੂ ਕਰ ਦਿੰਦੇ ਹਾਂ ਜਿਨ੍ਹਾਂ ਦੀ ਸਟੱਡੀ ਹੋਈ ਨਹੀਂ ਹੈਗੀ ਜੀ।
ਠੀਕ ਹੈ। ਸੋ ਉਹਨਾਂ ਦਾ ਵੀ ਇਹੀ ਇਫੈਕਟ ਹੁੰਦਾ ਹੈ। ਇਹਨਾਂ ਦੀਆਂ ਤੇ ਫਿਰ ਵੀ ਸਟੱਡੀਜ਼ ਨੇ ਕਿ ਮੈਂ ਜੋੜ ਕੇ ਦੇਖ ਸਕਦੀ ਹਾਂ ਵੀ ਹੋ ਸਕਦਾ ਹੈ ਜਿਹੜੇ ਮੇਰੇ ਪੈਰ ਫੁੱਲ ਰਹੇ ਇਸ ਕਰਕੇ ਫੁੱਲ ਰਹੇ ਕਿਉਂਕਿ ਮੇਰੀ ਬਲੱਡ ਪ੍ਰੈਸ਼ਰ ਦੀ ਗੋਲੀ ਦੇ ਵਿੱਚ ਇਹ ਸਿੰਪਟਮ ਹੈਗਾ, ਜਾਂ ਫਿਰ ਜੇ ਮੇਰੇ ਮਸਕੂਲਰ ਵੀਕਨੈਸ ਤਾਂ ਸ਼ਾਇਦ ਮੇਰੀ ਸਟੈਟਨ ਮੈਡੀਕੇਸ਼ਨ ਹੈ ਕਰ ਰਹੀ ਹੈ। ਪਰ ਜਿਹੜੇ ਓੜ ਪੋੜ ਤੇ ਟੋਟਕੇ ਨੇ ਉਹਨਾਂ ਦਾ ਤਾਂ ਕੋਈ ਯੂ ਡੋਂਟ ਈਵਨ ਹੈਵ ਅ ਸਟੱਡੀ, ਐਂਡ ਤਾਂ ਹੀ ਤੁਸੀਂ ਪਿਨ ਪੁਆਇੰਟ ਵੀ ਨਹੀਂ ਕਰ ਪਾ ਰਹੇ ਤੇ ਉਹਦੇ ਨਾਲ ਤੁਹਾਡੇ ਅੰਦਰ ਕਿਹੜੀਆਂ ਡੈਫੀਸ਼ੀਐਂਸੀਜ਼ ਹੋ ਰਹੀਆਂ ਤੁਹਾਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ, ਐਂਡ ਅਗੇਨ ਉਹ ਫਿਰ ਹੋਰ ਵੀ ਇੰਜੂਰੀਅਸ ਪੇਸ਼ੈਂਟ ਲਈ ਹੋ ਜਾਂਦਾ। ਸੋ ਨਾਓ ਜੇ ਆਪਾਂ ਦੂਸਰੇ ਪਾਸੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਹਾਊ ਐਜ਼ ਹੋਮਿਓਪੈਥੀ ਬੀਨ ਪ੍ਰੂਵਨ ਔਨ ਪੇਸ਼ੈਂਟਸ, ਜਿਵੇਂ ਆਪਾਂ ਐਲੋਪੈਥੀ ਦੀ ਗੱਲ ਕੀਤੀ, ਕੈਮੀਕਲਸ ਆਰ ਪ੍ਰਿਸਕ੍ਰਾਈਬਡ ਟੂ ਦ ਸਿਕ, ਡਿਜ਼ੀਜ਼ ਬੇਸਡ ਤੇ ਡਿਜ਼ੀਜ਼ ਬੇਸਡ ਉਹਦੀ ਸਟੱਡੀ ਕੀਤੀ ਜਾਂਦੀ ਹੈ। ਇਨ ਹੋਮਿਓਪੈਥੀ ਇਟਸ ਕੰਪਲੀਟਲੀ ਆਪੋਜ਼ਿਟ। ਹੋਮਿਓਪੈਥ ਔਰ ਜਿਹੜੀਆਂ ਪ੍ਰੂਵਿੰਗ ਆਫ ਮੈਡੀਕੇਸ਼ਨਸ ਹੈ ਉਹ ਕਿਸੇ ਵੀ ਸਿਕ ਪੇਸ਼ੈਂਟ ਦੇ ਉੱਤੇ ਨਹੀਂ ਕੀਤੀਆਂ ਜਾਂਦੀਆਂ। ਸੋ ਜਿੰਨੇ ਵੀ ਸਬਸਟੈਂਸਿਸ ਤੋਂ ਹੋਮਿਓਪੈਥੀ ਦਵਾਈਆਂ ਬਣਦੀਆਂ ਨੇ ਉਹ ਹੈਲਦੀ ਹਿਊਮਨ ਬੀਇੰਗਸ ਨੂੰ ਦਿੱਤੀਆਂ ਜਾਂਦੀਆਂ ਨੇ ਟੂ ਫਾਈਂਡ ਆਊਟ ਕਿ ਇਹ ਜਿਹੜਾ ਪਾਰਟਿਕੂਲਰ ਸਬਸਟੈਂਸ ਹੈਗਾ ਇੱਕ ਹੈਲਦੀ ਦੇ ਵਿੱਚ ਕਿਸ ਤਰ੍ਹਾਂ ਦੇ ਸਿੰਪਟਮ ਪੈਦਾ ਕਰ ਸਕਦਾ ਹੈ, ਤੇ ਉਹੀ ਮੈਚਿੰਗ ਸਿੰਪਟਮਸ ਜੇ ਕੋਈ ਸਿਕ ਲੈ ਕੇ ਆ ਜਾਵੇ ਤਾਂ ਉਹੀ ਦਵਾਈ ਉਸ ਜਿਹੜੇ ਸਿੰਪਟਮ ਸਿਕ ਦੇ ਵਿੱਚ ਹੈਗੇ ਉਹਨਾਂ ਨੂੰ ਟ੍ਰੀਟ ਕਰ ਸਕਦੀ ਹੈ। ਦੂਸਰੀ ਚੀਜ਼ ਕੀ ਹੈਗੀ ਹੈ ਕਿ ਜਦੋਂ ਇਹ ਸਬਸਟੈਂਸ ਪੇਸ਼ੈਂਟ ਦੀ ਬਾਡੀ ਤੇ ਸਟੱਡੀ ਕੀਤਾ ਜਾਂਦਾ ਹੈ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਲੱਛਣਾਂ ਨੂੰ ਲਿਆ ਜਾਂਦਾ ਹੈ। ਨਾਟ ਓਨਲੀ ਕੰਸੀਡਰਿੰਗ ਕਿ ਹਾਂ ਇਹ ਮੈਂ ਸਿਰਫ ਬਲੱਡ ਪ੍ਰੈਸ਼ਰ ਲਈ ਦਿੱਤੀ ਸੀ, ਇਹਦਾ ਬਲੱਡ ਪ੍ਰੈਸ਼ਰ ਤੇ ਕੀ ਅਸਰ ਹੈ। ਨੋ, ਇਹ ਦਵਾਈ ਦਿੱਤੀ ਗਈ ਹੈ, ਪੇਸ਼ੈਂਟ ਦੀ ਇਮੋਸ਼ਨਲ ਹੈਲਥ ਤੇ ਅਸਰ ਤੇ ਨਹੀਂ ਆਇਆ, ਇਹਦੀ ਨੀਂਦ ਤੇ ਅਸਰ ਤੇ ਨਹੀਂ ਆਇਆ, ਇਹਦੀ ਭੁੱਖ ਤੇ ਅਸਰ ਤੇ ਨਹੀਂ ਆਇਆ, ਇਹਨੂੰ ਕੋਈ ਲੱਤਾਂ ਤੇ ਨਹੀਂ ਦੁਖਣ ਲੱਗ ਗਈਆਂ, ਜੇ ਦੁਖ ਰਹੀਆਂ ਤੇ ਕਿਸ ਤਰ੍ਹਾਂ ਦੁਖਦੀਆਂ, ਤੁਰਦਿਆਂ ਦੁਖਦੀਆਂ, ਖਲੋਤਿਆਂ ਦੁਖਦੀਆਂ, ਬੈਠਿਆਂ ਦੁਖਦੀਆਂ, ਜਾਂ ਫਿਰ ਚੱਲਦੇ ਫਿਰਦੇ ਪੌੜੀਆਂ ਚੜ੍ਹਦੇ ਗੋਡੇ ਦੁਖਦੇ ਨੇ, ਡਾਈਜੈਸ਼ਨ ਕਿੱਦਾਂ, ਇਹਦੇ ਨਾਲ ਕਬਜ਼ ਤਾਂ ਨਹੀਂ ਹੋ ਗਈ, ਜੇ ਕਨਸਟੀਪੇਸ਼ਨ ਹੈਗੀ ਇਹਦੇ ਨਾਲ ਜਿਹੜਾ ਬਾਉਲ ਹੈਗਾ ਉਹਦੀ ਸ਼ੇਪ ਕਿੱਦਾਂ, ਦੋ ਦਿਨ ਸਟੂਲ ਨਹੀਂ ਆ ਰਿਹਾ। ਦੇਰ ਇਜ਼ ਲੋਟ ਆਫ ਇਟ ਐਜ਼ ਇਨ ਡੀਟੇਲ ਟੇਕਨ ਇਨ ਅ ਪੇਸ਼ੈਂਟ, ਤੇ ਉਹੀ ਉਸੇ ਹੀ ਤਰ੍ਹਾਂ ਜਿੰਨੀ ਡੀਟੇਲ ਵਾਈਲ ਸਟੱਡੀ ਆਫ ਦ ਸਬਸਟੈਂਸ ਹੁੰਦੀ ਹੈ ਉਨੀ ਹੀ ਡੀਟੇਲ ਦੇ ਨਾਲ ਪੇਸ਼ੈਂਟ ਦੇ ਸਿੰਪਟਮਸ ਲੈ ਕੇ ਸਿਰ ਤੋਂ ਪੈਰਾਂ ਤੱਕ ਲੈ ਕੇ ਫਿਰ ਉਹ ਉਸ ਤਰ੍ਹਾਂ ਦੀ ਦਵਾਈ ਲੱਭੀ ਜਾਂਦੀ ਹੈ ਜਿਹੜੀ ਉਸ ਦੇ ਮਰੀਜ਼ ਦੇ ਸਾਰੇ ਸਿੰਪਟਮਸ ਨੂੰ ਕਵਰ ਕਰਦੀ ਹੈ। ਜਿੱਥੇ ਘੱਟ ਪੋਲੀਫਾਰਮੇਸੀ ਕਰਨੀ ਪੈਂਦੀ ਹੈ ਜੀ, ਵਿਚ ਮੀਨਸ ਕਿ 1 2 3 4 5 ਪ੍ਰਿਸਕ੍ਰਿਪਸ਼ਨਸ ਇੱਕ ਮਰੀਜ਼ ਨੂੰ ਨਹੀਂ ਦਿੱਤੀਆਂ ਜਾਂਦੀਆਂ, ਉਸ ਦੇ ਅੰਗਾਂ ਪੈਰਾਂ ਨੂੰ ਅਲੱਗ-ਅਲੱਗ ਨਹੀਂ ਟ੍ਰੀਟ ਕੀਤਾ ਜਾਂਦਾ ਕਿ ਢਿੱਡ ਵਾਸਤੇ ਇੱਕ, ਪੇਟ ਵਾਸਤੇ ਦੂਸਰੀ ਤੇ ਚੌਥੀ ਥਾਂ ਅਲੱਗ ਮੈਡੀਸਨ ਇਸ ਤਰ੍ਹਾਂ ਨਹੀਂ ਦਿੱਤੀ ਜਾਂਦੀ। ਸੋ ਜਿਸ ਨਾਲ ਪੇਸ਼ੈਂਟ ਨੂੰ ਇੱਕ ਤਾਂ ਘੱਟ ਮੈਡੀਕੇਸ਼ਨ ਲੈਣੀਆਂ ਪੈਂਦੀਆਂ ਨੇ ਤੇ ਉਹਨਾਂ ਦੇ ਆਬਵੀਅਸਲੀ ਸਾਈਡ ਇਫੈਕਟਸ ਵੀ ਘੱਟ ਜਾਂਦੇ ਨੇ, ਅਲੋਂਗ ਵਿਦ ਦੈਟ ਪੇਸ਼ੈਂਟ ਜਿਹੜਾ ਉਹ ਬੈਟਰ ਫੀਲ ਕਰਦਾ। ਤੇ ਜੋ ਕੁਝ ਵੀ ਉਹਦੇ ਸਿੰਪਟਮਸ ਡਿਊਰਿੰਗ ਦ ਟ੍ਰੀਟਮੈਂਟ ਆ ਰਹੇ ਹੁੰਦੇ, ਕੋਈ ਐਡ ਔਨ ਸਿੰਪਟਮਸ ਆਉਂਦੇ ਆ, ਦੈਟਸ ਵੈਨ ਵੀ ਸਟੱਡੀ ਅਗੇਨ ਟੂ ਨੋ ਨਾਓ ਦੇਰ ਇਜ਼ ਟਾਈਮ ਟੂ ਚੇਂਜ ਦ ਮੈਡੀਕੇਸ਼ਨ। ਮਤਲਬ ਪਹਿਲੀ ਨੂੰ ਬੰਦ ਕਰਕੇ ਹੁਣ ਉਹਦੀ ਸਟੈਪ 2 ਦੂਜੀ ਪ੍ਰਿਸਕ੍ਰਿਪਸ਼ਨ ਆਏਗੀ, ਜਿਹਦੇ 'ਚ ਬੜਾ ਕਲੀਅਰਲੀ ਈਜ਼ੀ ਹੁੰਦਾ ਹੈ to study the effects and bad effects of either the medicine or the side effects of previous existing prescription medication ਜੀ। ਸੋ ਜਿਵੇਂ ਕੋਈ ਮਰੀਜ਼ ਆਲਰੇਡੀ ਕੁਝ ਦਵਾਈਆਂ ਲੈ ਰਿਹਾ ਹੈ ਤੇ ਉਹਨਾਂ ਦੇ ਸਾਈਡ ਇਫੈਕਟਸ ਮਰੀਜ਼ ਦੀ ਬਾਡੀ 'ਚ ਹੈਗੇ ਨੇ, ਤਾਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਵੀ ਐਨਕਰੇਜ ਯੂ ਟੂ ਕੰਟੀਨਿਊ ਕੀਪ ਟੇਕਿੰਗ ਯੂਰ ਪ੍ਰਿਸਕ੍ਰਿਪਸ਼ਨ ਮੈਡੀਸਿਨਸ। ਇਹ ਨਹੀਂ ਅਸੀਂ ਇੱਥੇ ਕਹਿ ਰਹੇ ਵੀ ਤੁਸੀਂ ਦਵਾਈਆਂ ਪ੍ਰਿਸਕ੍ਰਿਪਸ਼ਨਸ ਬੰਦ ਕਰ ਦਿਓ, ਤੇ ਨਾ ਹੀ ਕੋਈ ਹੋਮਿਓਪੈਥ ਤੁਹਾਡੀਆਂ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਨੂੰ ਟੱਚ ਹੀ ਕਰਦੇ ਨੇ। ਬਟ ਵਾਈਲ ਟੇਕਿੰਗ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਨਾਲ ਜਿਹੜੀਆਂ ਐਡ ਔਨਸ ਆਉਂਦੀਆਂ ਉਹਨਾਂ ਵਾਸਤੇ ਜੇ ਤੁਸੀਂ ਹੋਮਿਓਪੈਥੀ ਲੈਂਦੇ ਹੋ ਤਾਂ ਇੱਕ ਤਾਂ ਉਹ ਸਾਫ਼ ਹੁੰਦੀਆਂ, along with that ਬਹੁਤ ਵਾਰੀ in our cases we have seen ਕਿ ਤੁਹਾਡੀਆਂ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਦੀ ਜ਼ਰੂਰਤ ਘਟਦੀ ਹੈ, ਬਲੱਡ ਪ੍ਰੈਸ਼ਰ ਦੀਆਂ ਮੈਡੀਕੇਸ਼ਨਸ ਦੀ ਜ਼ਰੂਰਤ ਘਟਦੀ ਹੈ, ਡੋਜ਼ ਦੇ ਉੱਤੇ ਅਸਰ ਆਉਂਦਾ ਹੈ, ਤੁਹਾਡੀ ਥਾਇਰੋਇਡ ਦੀ ਮੈਡੀਕੇਸ਼ਨ ਉਹਦੀ ਡੋਜ਼ ਚੇਂਜ ਹੁੰਦੀ ਹੈ, ਘਟ ਜਾਂਦੀ ਹੈ, ਬਹੁਤ ਸਾਰੀਆਂ ਦਵਾਈਆਂ ਦੀ ਜ਼ਰੂਰਤ ਵੀ ਘਟ ਜਾਂਦੀ ਹੈ। ਸੋ ਗੋਲ ਇਜ਼ ਕਿ ਤੁਸੀਂ ਬਗੈਰ ਦਵਾਈਆਂ ਦੇ ਹੈਲਦੀ ਰਹੋ, ਇਵੈਂਚੁਅਲੀ ਟੂ ਬ੍ਰਿੰਗ ਯੂ ਆਫ ਸਲੋਲੀ, but those prescriptions are taken care by your healthcare practitioner only ਜੀ। ਇੱਕ ਜਿਹੜੀ ਹੋਰ ਚੀਜ਼ ਦੇਖੀ ਕਿ ਚਲੋ ਇਹ ਤੁਸੀਂ ਹੋਮਿਓਪੈਥੀ ਦਾ ਦਸਤਾ ਲਾਹਾ ਹੈ ਵੀ ਜਿਹੜਾ ਨਾਲ ਉਹਦੇ ਸਾਈਡ ਇਫੈਕਟਸ ਹੋਣੇ ਆਪਾਂ ਉਹਨਾਂ ਨੂੰ ਘਟਾ ਸਕਦੇ ਹਾਂ ਤੇ ਦਵਾਈਆਂ ਦੇ ਅੱਜ ਕੱਲ੍ਹ ਬਹੁਤੇ ਲੋਕ ਜਿਹੜੇ ਨੇ ਜੀ ਉਹ ਜਿਹੜੀਆਂ ਚਾਹੇ ਵਾਈਟਾਮਿਨਸ ਹੀ ਨੇ ਸਾਡੇ ਲਈ ਗੋਲੀ ਹੈ ਜੀ, ਅਸੀਂ ਉਹ ਸਰੀਰ ਦੇ ਵਿੱਚ ਜੇ ਕੋਈ ਕਮਜ਼ੋਰੀ ਮਹਿਸੂਸ ਕਰਦੇ ਹਾਂ ਜੀ, ਕੋਈ ਸਲਾਹ ਦਿੰਦਾ ਜੀ ਕਿ ਮਲਟੀਵਾਈਟਾਮਿਨ ਖਾ ਲਓ, ਕੋਈ ਕਹਿੰਦਾ ਜੀ ਮੈਗਨੀਸ਼ੀਅਮ ਖਾ ਲਓ, ਕੋਈ ਕਹਿੰਦਾ ਜੀ ਪੋਟਾਸ਼ੀਅਮ ਤੁਹਾਨੂੰ ਐਕਸਟਰਾ ਲੈਣਾ ਪੈਣਾ ਜੀ, ਬਲੱਡ ਪ੍ਰੈਸ਼ਰ ਉਹਦੇ ਨਾਲ ਵੀ ਫਰਕ ਪੈ ਜਾਣਾ ਜੀ, ਕੋਈ ਕਹਿੰਦਾ ਜ਼ਿੰਕ ਲੈ ਲਓ, ਕੋਈ ਕਹਿੰਦਾ ਜੀ ਆਇਰਨ ਲੈ ਲਓ। ਅਸੀਂ ਉਹ ਥੱਬਿਆਂ ਦੇ ਥੱਬੇ ਇਕੱਠੇ ਕਰੀ ਆਉਂਦੇ ਹਾਂ, ਵਿਟਾਮਿਨ ਡੀ ਲੈ ਲਿਆ ਜੀ, B12 ਲੈ ਲਿਆ, B ਕੰਪਲੈਕਸ ਲੈ ਲਿਆ, ਸ਼ਾਮ ਨੂੰ ਰੱਜ ਕੇ ਦਾਰੂ ਪੀ ਲਈ ਤੇ ਸਵੇਰ ਨੂੰ ਲਿਵ 52 ਲੈ ਲਈ ਜੀ। ਜਿਹੜੀ ਸਾਡੀ ਇਹ ਆਦਤਾਂ ਨੇ ਜੀ ਇਹਨਾਂ ਦਾ ਕੀ ਕੀਤਾ ਜਾਵੇ? ਨਹੀਂ ਜੀ ਦੇਖੋ ਪਤਾ ਕੀ ਹੈ ਸਿੱਧੂ ਜੀ, ਫॉर ਐਗਜ਼ਾਮਪਲ ਹੁਣ ਬਹੁਤ ਸਾਰੇ ਲੋਕ ਜਿੰਨੇ ਵੀ ਡਾਇਬਟਿਕ ਨੇ, ਆਪਾਂ ਇੱਥੇ ਇੱਕ ਐਗਜ਼ਾਮਪਲ ਹੀ ਲੈ ਸਕਦੇ ਹਾਂ ਕਿ ਉਹਨਾਂ ਕੋਲ ਮੈਟਫੋਰਮਿਨ ਐਜ਼ ਪ੍ਰਿਸਕ੍ਰਿਪਸ਼ਨ ਹੈ ਜੀ। ਹੁਣ ਜੇ ਆਪਾਂ ਸਟੱਡੀ ਦੇਖੀਏ
ਤਾਂ ਮੈਟਫੋਰਮਿਨ ਜਿਹੜੀ ਹੈ ਤੁਹਾਡੇ ਸਰੀਰ ਦੇ ਵਿੱਚੋਂ B12 ਡੈਫੀਸ਼ੀਐਂਸੀ ਪੈਦਾ ਕਰਦੀ ਹੈ। ਈਵਨ ਦੋ ਯੂ ਆਰ ਅ ਮੀਟ ਈਟਰ ਜੀ ਫਿਰ ਵੀ ਤੁਹਾਡਾ ਇਹ B12 ਡਿਪਲੀਟ ਕਰੂਗੀ। ਸੋ ਉਹ ਮਰੀਜ਼ ਜਿਹੜੇ ਮੈਟਫੋਰਮਿਨ ਲੈ ਰਹੇ ਨੇ ਜੇ ਉਹ B12 ਸਪਲੀਮੈਂਟ ਲੈਂਦੇ ਆ ਤਾਂ ਉਹਨਾਂ ਨੂੰ ਹੈਲਪ ਹੋਏਗੀ, ਕਿਉਂਕਿ ਜੇ B12 ਘਟਿਆ ਤਾਂ ਯੈਸ ਉਹਨਾਂ ਨੂੰ ਇਹ ਕੜਲਾਂ ਦੇ ਸਿੰਪਟਮਸ, ਕੋਗਨੀਟਿਵ ਬਿਹੇਵੀਅਰ, ਮੈਮਰੀ ਲਾਸ, ਨਰਵ ਡੈਮੇਜ, ਪੈਰੀਫਰਲ ਨਿਊਰੋਪੈਥੀ, ਪੈਰਾਂ ਹੱਥਾਂ 'ਚ ਕੀੜੀਆਂ ਚੱਲਣਾ। ਤਾਂ ਹੀ ਤਾਂ ਡਾਇਬਟਿਕ ਪੇਸ਼ੈਂਟ ਨੂੰ ਇੱਕ ਤਾਂ ਵੈਸੇ ਡਿਊ ਟੂ ਡਾਇਬਟੀਜ਼ ਉਹਨਾਂ ਦੀਆਂ ਬਲੱਡ ਵੈਸਲਸ, ਪੈਰੀਫਰਲ ਬਲੱਡ ਵੈਸਲਸ ਖਰਾਬ ਹੁੰਦੀਆਂ ਜਿਹੜੀਆਂ ਕਿ ਨਰਵ ਨੂੰ ਚੰਗੀ ਤਰ੍ਹਾਂ ਬਲੱਡ ਸਪਲਾਈ ਨਹੀਂ ਦੇ ਪਾਉਂਦੀਆਂ ਤੇ ਪੈਰਾਂ ਤੇ ਹੱਥਾਂ ਦੀਆਂ ਨਸਾਂ ਡੈਮੇਜ ਹੁੰਦੀਆਂ, ਜਿਸ ਨਾਲ ਉਹਨਾਂ ਨੂੰ ਪੈਰਾਂ ਹੱਥਾਂ ਦੇ ਵਿੱਚ ਲਾਸ ਆਫ ਸੈਂਸੇਸ਼ਨ ਹੁੰਦੀ ਹੈ, ਕੀੜੀਆਂ ਚੱਲਦੀਆਂ, ਸੇਕ ਨਿਕਲਦਾ ਹੈ, ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਉੱਠ ਕੇ ਉਹ ਕਦੀ ਪੈਰ ਜ਼ਮੀਨ ਤੇ ਲਾਉਂਦੇ ਨੇ ਤੇ ਕਦੀ ਠੰਡੇ ਪਾਣੀ 'ਚ ਪਾਉਂਦੇ ਨੇ ਤੇ ਰੈਸਟਲੈਸ ਲੈਗ ਸਿੰਡਰੋਮ ਆਉਂਦਾ। ਕਿਉਂ ਹੋ ਰਿਹਾ? ਇੱਕ ਕਿਉਂਕਿ ਡਾਇਬਟੀਜ਼ ਕਰਕੇ, ਦੂਜਾ ਡਾਇਬਟੀਜ਼ ਦਾ ਇਲਾਜ ਕਰਕੇ। ਕਿਉਂਕਿ ਜੇ ਡਾਇਬਟੀਜ਼ ਦਾ ਇਲਾਜ ਮੈਟਫੋਰਮਿਨ ਨਾਲ ਹੋ ਰਿਹਾ ਤੇ ਉਹਦੇ ਨਾਲ B12 ਡੈਫੀਸ਼ੀਐਂਸੀ ਹੋ ਰਹੀ, ਉਹਨੇ ਇਸ ਕੰਡੀਸ਼ਨ ਹੋਰ ਵੀ ਵਰਸ ਕਰ ਦੇਣਾ। ਇਹੋ ਜਿਹੇ ਕੇਸਿਸ ਦੇ ਵਿੱਚ ਸਪਲੀਮੈਂਟ ਕਰਨਾ yes is very important, ਕਿਉਂਕਿ ਜੇ ਤੁਸੀਂ ਸਪਲੀਮੈਂਟ ਕਰੋਗੇ it will help you to take care of it। ਮੈਂ ਇੱਥੇ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ। ਮੇਰੇ ਕੋਲ ਰੀਸੈਂਟਲੀ ਇੱਕ ਬੱਚੀ ਸੀ, ਉਹਨਾਂ ਨੂੰ ਉਹਨਾਂ ਦੀ ਸਕਿਨ ਕੰਡੀਸ਼ਨ ਕਰਕੇ ਡਾਕਟਰ ਨੇ ਔਰ ਇਮਿਊਨੋਸਪਰੈਸੈਂਟ ਮੈਡੀਕੇਸ਼ਨ ਤੇ ਪਾਇਆ ਮੈਥੋਟ੍ਰੋਕਸਿਡ, ਤੇ ਉਹਦੇ ਨਾਲ ਮੈਥੋਟ੍ਰੋਕਸਿਡ ਦਵਾਈ ਜਦੋਂ ਕੋਈ ਵੀ ਮਰੀਜ਼ ਖਾਂਦਾ ਹੈ ਉਹਦੇ ਅੰਦਰ ਫੋਲਿਕ ਐਸਿਡ ਦੀ ਡੈਫੀਸ਼ੀਐਂਸੀ ਹੁੰਦੀ ਹੈ ਜੀ। ਉਸ ਬੱਚੀ ਨੇ ਮੈਥੋਟ੍ਰੋਕਸਿਡ ਤਾਂ ਲੈ ਲਈ, ਜਿਵੇਂ ਬੱਚੇ ਕਰਦੇ ਆ ਨਹੀਂ ਗੋਲੀ ਖਾਣੀ ਮੈਂ ਵੀ ਇਹ ਤਾਂ ਖਾਣੀ ਪੈਣੀ, ਕਿਉਂਕਿ ਡਾਕਟਰ ਨੇ ਕਿਹਾ ਵੀ ਇਹ ਤਾਂ ਤੇਰੇ ਆਟੋਇਮਿਊਨ ਡਿਸਆਰਡਰ ਲਈ ਹੈਗੀ ਹੈ, ਤੇਰੇ ਜੋੜਾਂ ਦੇ ਇਸ਼ੂਜ਼ ਲਈ ਹੈਗੀ ਹੈ, ਤੇਰੇ ਜੇ ਤੂੰ ਨਾ ਖਾਦੇ ਤੇ ਤੇਰੇ ਜੋੜ ਜਿਹੜੇ ਉਹ ਡੈਮੇਜ ਹੋਣਗੇ। ਉਹ ਤਾਂ ਮੈਂ ਉਹ ਖਾਂਦੀ ਰਹੀ, ਤੇ ਪਰ ਉਹ ਖਾ ਰਹੀ ਸੀ ਜਿਹਦੇ ਨਾਲ ਫੋਲਿਕ ਐਸਿਡ ਡੈਫੀਸ਼ੀਐਂਸੀ ਹੋ ਰਹੀ ਸੀ। ਡਾਕਟਰ ਨੇ ਉਹਨੂੰ ਕਿਹਾ ਫੋਲਿਕ ਐਸਿਡ ਤੂੰ ਖਾਣਾ, ਉਹ ਮੈਂ ਖਾਦਾ ਨਹੀਂ। ਫੋਲਿਕ ਐਸਿਡ ਨਾ ਖਾਣ ਨਾਲ ਤੇ ਇਕੱਲੇ ਮੈਥੋਟ੍ਰੋਕਸਿਡ ਖਾਣ ਦੇ ਨਾਲ ਉਸ ਦਾ ਚਮੜੀ ਰੋਗ ਸਟਾਰਟ ਹੋ ਗਿਆ। ਸੈਕਿੰਡ ਆਟੋਇਮਿਊਨ ਡਿਸਆਰਡਰ ਇਨ ਹਰ ਬਾਡੀ ਸੋਰਾਇਸਿਸ, ਕਿਉਂਕਿ ਫੋਲਿਕ ਐਸਿਡ ਡੈਫੀਸ਼ੀਐਂਸੀ ਦੇ ਨਾਲ ਚਮੜੀ ਤੇ ਡਰਾਈਨੈਸ ਐਂਡ ਸੋਰਾਇਸਿਸ ਡਿਵੈਲਪ ਹੋਏਗਾ। ਇੱਕ ਆਟੋਇਮਿਊਨ ਡਿਸਆਰਡਰ ਨੇ ਦੂਜਾ ਆਟੋਇਮਿਊਨ ਡਿਸਆਰਡਰ ਪੈਦਾ ਕਰ ਦਿੱਤਾ। ਸੋ ਜੇ ਆਪਾਂ ਹੁਣ ਅਸੀਂ ਪ੍ਰਿਸਕ੍ਰਿਪਸ਼ਨ ਵੀ ਫੋਲੋ ਕਰ ਰਹੀ ਤੇ ਜੇ ਡਾਕਟਰ ਤੁਹਾਨੂੰ ਨਾਲ ਕਹਿੰਦਾ ਵੀ ਆਹ ਲੈਣਾ ਜ਼ਰੂਰੀ ਹੈ ਤਾਂ ਫਿਰ ਉਹ ਚੁਟਕਲਾ ਨਹੀਂ ਹੈ। ਦੇ ਹੈਵ ਅ ਰੀਜ਼ਨ ਵਾਈ ਉਹਨਾਂ ਨੇ ਤੁਹਾਨੂੰ ਕਿਹਾ ਵੀ ਕਿਉਂਕਿ ਇਹ ਜਿਹੜੀ ਦਵਾਈ ਦੇ ਰਿਹਾ ਇਹਦੇ ਨਾਲ ਇਸ ਚੀਜ਼ ਦੀ ਵੀ ਘਾਟ ਸਰੀਰ 'ਚ ਹੋ ਜਾਣੀ ਹੈ, ਕਿਉਂਕਿ ਇਹ ਕੈਮੀਕਲ ਇਹਨੂੰ ਵੀ ਬਾਹਰ ਕੱਢ ਦਿੰਦਾ ਤੇ ਇਹਨੂੰ ਤੁਹਾਨੂੰ ਸਪਲੀਮੈਂਟ ਕਰਨਾ ਪੈਣਾ। ਠੀਕ ਹੈ, ਜੇ ਆਪਾਂ ਉਹ ਨਹੀਂ ਕੀਤਾ ਤਾਂ ਦੂਜਾ ਤੀਜਾ ਰੋਗ ਆਇਆ ਖਲੋਤਾ। ਹੁਣ ਜੇ ਡਾਕਟਰ ਨੇ ਕਿਹਾ ਹੈ ਕਿ ਤੁਹਾਡੇ ਬਲੱਡ ਟੈਸਟ ਦਾ ਵਿਟਾਮਿਨ ਡੀ ਦੀ ਘਾਟ ਹੈ, ਜ਼ਰੂਰ ਲਓ। ਜੇ ਨਹੀਂ ਕਿਹਾ ਤੇ ਅਸੀਂ ਇੱਕ ਦੂਜੇ ਨੂੰ ਸੁਣ ਕੇ ਇੱਕ ਹੋਰ ਚੀਜ਼ ਹੈ ਮੇਰੇ ਕੋਲ, ਉਹ ਦੈਟ ਆਈ ਵੁੱਡ ਲਾਈਕ ਟੂ ਗਿਵ ਐਨ ਐਗਜ਼ਾਮਪਲ ਟੂ, ਕਿ ਕੋਈ ਇੰਡੀਆ ਤੋਂ ਅੰਕਲ ਸੀਗੇ, ਉਹਨਾਂ ਨੇ ਇੱਥੇ ਆ ਕੇ ਕੋਈ ਹੈਲਥ ਡਿਸਆਰਡਰ ਹੋਏ ਤਾਂ ਫੈਮਿਲੀ ਡਾਕਟਰ ਨੇ ਸਾਰਾ ਬਲੱਡ ਵਰਕ ਕੀਤਾ, ਵਿਟਾਮਿਨ ਡੀ ਵੀ ਟੈਸਟ ਕੀਤਾ, ਉਹ ਵਿਟਾਮਿਨ ਡੀ ਥੋੜਾ ਜਿਹਾ ਲੋ ਸੀ ਤੇ ਉਹਨਾਂ ਦੀ ਨੂੰਹ ਨੇ ਸਿਆਣਪ ਕੀਤੀ ਜੀ ਵਿਟਾਮਿਨ ਡੀ ਡੈਡੀ ਮੇਰੇ ਕੋਲ ਘਰੇ ਪਿਆ ਹੈ, ਮੈਨੂੰ ਡਾਕਟਰ ਨੇ ਲਿਖ ਕੇ ਦਿੱਤਾ ਸੀ, ਤੁਸੀਂ ਇਹੀ ਖਾ ਲਓ। ਉਹਨਾਂ ਦੀ ਵਿਟਾਮਿਨ ਡੀ ਥੋੜੀ ਜਿਹੀ ਲੋ ਸੀ, ਬਾਰਡਰ ਲਾਈਨ ਲੋ ਸੀ, ਤੇ ਤੁਸੀਂ ਚੱਕ ਕੇ ਉਹਨਾਂ ਨੂੰ ਆਪਣੀ $10,000 ਆਈਯੂ ਜਿਹੜੀ ਹੈ ਪਰ ਡੇ ਦੇ ਦਿੱਤੀ, ਜਿਹਦੇ ਨਾਲ ਕਿ ਉਹਨਾਂ ਤੇ ਕਿਡਨੀ ਤੇ ਉੱਤੇ ਅਸਰ ਆਉਣਾ ਸ਼ੁਰੂ। So you follow the dose as well. Vitamin D ਮਤਲਬ it's not vitamin D of every kind. ਠੀਕ ਹੈ, ਜਿੰਨੇ ਮੇਨਟੇਨਿੰਗ ਡੋਜ਼ ਖਾਣਾ ਉਹਦੀ ਆਫ ਦਾ ਕਾਊਂਟਰ ਹੈ, ਜਿਹਦੀ ਬਾਹਲੀ ਲੋ ਹੈ ਡਾਕਟਰ ਨੇ ਉਹਨੂੰ ਪ੍ਰਿਸਕ੍ਰਿਪਸ਼ਨ ਦੇਣੀ ਹੈ। ਤੁਹਾਡੇ ਡੈਡੀ ਜੀ ਨੂੰ ਉਹਨਾਂ ਨੇ ਕਿਹਾ ਜੀ ਲੋ ਹੈਗੀ ਹੈ, ਤੁਸੀਂ 1000 ਇੰਟਰਨੈਸ਼ਨਲ ਯੂਨਿਟ ਖਾਓ, ਉਹ 10 ਰੁਪਏ 5 ਰੁਪਏ ਖਰਚਣ ਦੀ ਥਾਂ ਮੈਂ ਕਿਹਾ ਮੇਰੇ ਕੋਲ ਘਰੇ ਪਈ ਤੇ 10,000 ਰੋਜ਼ ਖਾਓ। that is injurious. So ਇੱਕ ਦੂਜੇ ਦੀ ਪ੍ਰਿਸਕ੍ਰਿਪਸ਼ਨ ਵੀ ਸ਼ੇਅਰ ਨਹੀਂ ਕਰਨੀ ਚਾਹੀਦੀ, ਨਾ ਇੱਕ ਦੂਜੇ ਤੋਂ ਸ਼ੇਅਰ ਕਰੋ, ਨਾ ਹੀ ਵਿਦਆਊਟ ਐਨੀ ਕੰਸਲਟੇਸ਼ਨ ਕੋਈ ਵੀ ਸਪਲੀਮੈਂਟ ਜਾਂ ਵਾਈਟਾਮਿਨਸ ਜਾਂ ਮਿਨਰਲਸ ਖਾਓ। ਜਿਵੇਂ ਕਿ ਅਸੀਂ ਪੋਟਾਸ਼ੀਅਮ ਦੀ ਗੱਲ ਕਰ ਲਈਏ, ਮੈਗਨੀਸ਼ੀਅਮ ਦੀ ਗੱਲ ਕਰੀਏ, ਮੈਗਨੀਸ਼ੀਅਮ ਇਜ਼ ਅ ਗ੍ਰੇਟ ਸਪਲੀਮੈਂਟ ਜੀ। ਬਹੁਤ ਚੀਜ਼ਾਂ 'ਚ ਸਾਡੇ ਲਈ ਉਹ ਹੈਲਪਫੁਲ ਹੈਗਾ ਔਰ ਸਾਨੂੰ ਡੈਫੀਨੇਟਲੀ ਉਹ ਇਨਫ ਮਿਲਦਾ ਵੀ ਨਹੀਂ ਹੈ, ਪਰ ਮੈਨੂੰ ਉਹਦੀ ਜ਼ਰੂਰਤ ਹੈ, ਉਹਦੇ ਬਾਰੇ ਵੀ ਜਾਣਕਾਰੀ ਲੈ ਕੇ ਹੀ ਉਸ ਨੂੰ ਖਾਣਾ ਚਾਹੀਦਾ। ਗੱਲ ਕਿ ਜਿਹੜੇ ਕੋਈ ਵੀ ਡਾਕਟਰ ਆ ਜਾਂ ਫਿਰ ਕੋਈ ਮਾਹਿਰ ਹੈ ਜੀ, ਉਹਦੇ ਨਾਲ ਗੱਲ ਕਰਨ ਤੋਂ ਬਗੈਰ ਇਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਹੁਣ ਆਪਾਂ ਜਿਹੜੀ ਪੋਲੀਫਾਰਮੇਸੀ ਦੀ ਗੱਲ ਇਨੀਸ਼ੀਅਲੀ ਕੀਤੀ, ਉਹਦੇ 'ਚ ਵੀ ਮੈਂ ਆਈ ਵੁੱਡ ਲਾਈਕ ਟੂ ਗਿਵ ਯੂ ਅਨਦਰ ਐਗਜ਼ਾਮਪਲ ਜੀ, ਕਿ ਕੋਈ ਪੇਸ਼ੈਂਟ ਆਉਂਦੇ ਨੇ, ਹੀ ਇਜ਼ ਜਸਟ 45 ਤੋਂ ਛੋਟੇ ਹੀ ਨੇ, ਤੇ ਉਹ ਆ ਕੇ ਕਹਿੰਦੇ ਨੇ ਜੀ ਮੈਨੂੰ ਮੇਲ ਸੈਕਸ਼ੂਅਲ ਹੈਲਥ ਦੇ ਵਿੱਚ ਪ੍ਰੋਬਲਮ ਹੈ, ਮੇਰੇ ਟੈਸਟੋਸਟਰੋਨ ਲੈਵਲਸ ਘਟ ਗਏ ਨੇ, ਮੈਨੂੰ ਉਸ ਚੀਜ਼ ਦੀ ਟ੍ਰੀਟਮੈਂਟ ਚਾਹੀਦੀ ਹੈ ਜੀ। ਸੋ ਇਸ ਉਮਰ ਦੇ ਵਿੱਚ ਲੈਵਲਸ ਦਾ ਘਟਣਾ ਡਸਨਟ ਮੇਕ ਸੈਂਸ। ਸੋ ਜਦੋਂ ਕੇਸ ਟੇਕਿੰਗ ਕੀਤੀ ਜਾਂਦੀ ਹੈ ਐਂਡ ਆਈ ਆਸਕ ਦ ਪੇਸ਼ੈਂਟ ਵੀ ਪਾਸਟ ਹਿਸਟਰੀ ਕਿੱਦਾਂ ਹੈ, ਹੈਲਥ ਹਿਸਟਰੀ ਕਿੱਦਾਂ ਹੈ, ਫੈਮਿਲੀ ਹਿਸਟਰੀ ਕਿੱਦਾਂ ਹੈ, ਤਾਂ ਪੇਸ਼ੈਂਟ ਕਹਿੰਦਾ ਜੀ ਪਿਛਲੇ 8-7 ਸਾਲਾਂ ਤੋਂ ਮੈਂ ਸੈਪਰੇਸ਼ਨ ਦਾ ਕੇਸ ਲੜ ਰਿਹਾ ਹੈਗਾ ਤੇ ਜ਼ਿੰਦਗੀ ਕਾਫੀ ਸਟ੍ਰੈਸਫੁਲ ਚੱਲ ਰਹੀ ਹੈ। ਓਕੇ, ਸੋ 8 ਸਾਲਾਂ ਪਹਿਲਾਂ ਸੈਪਰੇਸ਼ਨ ਹੋਈ, ਉਹਦੇ ਵਿੱਚ ਹਾਲੇ ਤੱਕ ਸੈਟਲਮੈਂਟ ਨਹੀਂ ਹੋਇਆ, ਤੇ ਉਸ ਨਾਲ ਕੀ ਇਫੈਕਟ ਆਇਆ
ਜੀ 2 ਸਾਲ ਜਦੋਂ ਇਹ ਚੀਜ਼ ਹੋਈ ਤਾਂ ਡਾਕਟਰ ਨੇ ਮੈਨੂੰ ਐਂਟੀ ਡਿਪਰੈਸੈਂਟਸ ਐਂਡ ਐਂਟੀ ਐਂਜ਼ਾਈਟੀ ਮੈਡੀਕੇਸ਼ਨ ਦਿੱਤੀਆਂ ਕਿਉਂਕਿ ਮੈਨੂੰ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀਗੀ ਤੇ ਮੇਰੀ ਭੁੱਖ ਮਰ ਗਈ ਸੀ, ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਤੇ ਦਿਨੇ ਮੇਰੇ ਤੋਂ ਕੰਮ ਨਹੀਂ ਸੀ ਹੁੰਦਾ ਤੇ ਮੈਂ ਉਦਾਸ ਕੰਮਕਾਰ ਛੱਡ ਕੇ ਬੈਠਾ ਹੋਇਆ ਸੀਗਾ। ਸੋ ਐਂਟੀ ਡਿਪਰੈਸੈਂਟਸ ਉਹ ਉਦੋਂ ਤੋਂ ਲੈ ਰਿਹਾ। ਸਭ ਤੋਂ ਪਹਿਲੀ ਚੀਜ਼ ਵੀ ਉਹ ਪੇਸ਼ੈਂਟ ਖਾਸ ਕਰਕੇ ਮੇਲ ਜਿਹੜਾ ਕਿ ਐਂਟੀ ਡਿਪਰੈਸੈਂਟ ਲੈ ਰਿਹਾ, ਐਂਟੀ ਡਿਪਰੈਸੈਂਟਸ ਅਫੈਕਟਸ ਦ ਮੇਲ ਟੈਸਟੋਸਟੇਰੋਨ ਹਾਰਮੋਨ ਜੀ, ਠੀਕ ਹੈ ਜੀ। ਸੋ ਇਹ ਮਰੀਜ਼ ਨੇ ਜਾ ਕੇ ਆਬਵੀਅਸਲੀ ਉਹ 6 ਸਾਲ ਪਹਿਲਾਂ ਪ੍ਰਿਸਕ੍ਰਿਪਸ਼ਨ ਸ਼ੁਰੂ ਹੋਈ, ਉਹਨੇ ਜੋੜਨਾ ਹੀ ਨਹੀਂ ਵੀ ਅੱਜ ਮੇਰੇ ਟੈਸਟੋਸਟੇਰੋਨ ਲੈਵਲ ਉਹਦੇ ਕਰਕੇ ਥੋੜੀ ਸ਼ੁਰੂ ਘਟੇ ਆ। ਦੂਸਰੇ ਨੰਬਰ ਤੇ ਉਹ ਪੇਸ਼ੈਂਟ ਫਿਰ ਸਾਲ ਕੁ ਬਾਅਦ ਕਹਿੰਦਾ ਮੈਨੂੰ ਪੇਟ ਦਾ ਡਿਸਆਰਡਰ ਹੋ ਗਿਆ, ਮੈਨੂੰ ਕੁਝ ਵੀ ਪਚਣਾ ਬੰਦ ਹੋ ਗਿਆ, ਮੈਨੂੰ 10 ਲੱਗ ਜਾਂਦੇ, ਮੈਂ ਜੋ ਖਾਣਾ ਮੈਨੂੰ ਡਾਇਰੀਆ ਸ਼ੁਰੂ ਹੋ ਜਾਂਦਾ। ਜਿਹਦਾ ਮਨ ਇੰਨਾ ਪਰੇਸ਼ਾਨ ਤੇ ਟੈਨਸ਼ਨ 'ਚ ਰਹਿੰਦਾ ਇੰਨੇ ਸਾਲਾਂ ਤੋਂ, ਉਹਦੀ ਆਂਦਰਾਂ ਤਾਂ ਚੱਲਣਗੇ ਕਿ ਜਿਹੜੀ ਇਹ ਪਰੇਸ਼ਾਨੀ ਇੰਟੈਸਟਾਈਨ 'ਚ ਹੈਗੀ, IBS ਹੋਏਗਾ ਹੀ ਹੋਏਗਾ, ਆਂਦਰਾਂ ਇਰੀਟੇਟ ਰਹਿਣਗੀਆਂ। ਉਹਨਾਂ ਨੇ ਐਂਟੀ ਡਿਪਰੈਸੈਂਟ ਮੈਡੀਕੇਸ਼ਨ ਸ਼ੁਰੂ ਕਰ ਲਈਆਂ, ਵੇਅਰਐਜ਼ ਹੀ ਇਜ਼ ਨਾਟ one prescription led to the second one and second ਤੋਂ ਬਾਅਦ obviously ਜੇ ਇਹ ਦੋ ਚੀਜ਼ਾਂ ਚੱਲ ਰਹੀਆਂ ਤੇ 6 ਸਾਲਾਂ ਤੋਂ ਮੈਂ ਸਟ੍ਰੈਸ 'ਚ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਅਸਲ ਦੇ ਵਿੱਚ ਜਿਹੜੀ ਇੰਟੈਸਟਾਈਨਲ ਟ੍ਰਿਗਰ ਕਦੋਂ ਆਉਂਦਾ ਤੇ ਕਹਿੰਦੇ ਮੇਰਾ ਬਲੱਡ ਪ੍ਰੈਸ਼ਰ ਫਲਕਚੁਏਟ ਹੋ ਗਿਆ, ਹੁਣ ਸਾਲ ਕੁ ਤੋਂ ਤਾਂ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਵੀ ਖਾ ਰਿਹਾ ਤੇ ਬਲੱਡ ਪ੍ਰੈਸ਼ਰ ਦਾ ਵੀ ਜਿਹੜਾ ਟ੍ਰਿਗਰ ਹੈ ਉਹ ਕਦੋਂ ਆਉਂਦਾ, ਕਦੋਂ ਚੜ੍ਹਦਾ। ਮੇਰਾ ਨਾਰਮਲੀ ਬਲੱਡ ਪ੍ਰੈਸ਼ਰ ਠੀਕ ਰਹਿੰਦਾ, ਵੱਧਦਾ ਉਦੋਂ ਹੀ ਹੈ ਜਿੱਦਣ ਮੈਂ ਕਿਤੇ ਜਾਂਦਾ ਦੇਖ ਲਵਾਂ ਵੀ ਕਾਲ ਵੱਜੀ ਹੈ ਤੇ ਉਹ ਲਾਇਰ ਦੀ ਕਾਲ ਹੈ ਤੇ ਜਾਂ ਫਿਰ ਮੇਰੀ ਮੇਲ ਦੇ ਵਿੱਚ ਕੋਈ ਲਾਇਰ ਦੀ ਚਿੱਠੀ ਹੁੰਦੀ ਹੈ, ਐਂਗਜ਼ਾਇਟੀ। ਸੋ ਹੁਣ ਸਿਰਫ ਉਹ ਚੀਜ਼ ਉਹਨਾਂ ਨੂੰ ਕਿੱਥੇ ਤੱਕ ਲੈ ਕੇ ਜਾ ਰਹੀ ਹੈ, ਉਹਨੇ ਇੱਕ ਐਂਟੀ ਡਿਪਰੈਸੈਂਟ, ਦੂਜੀ IBS, ਤੀਜੀ ਬਲੱਡ ਪ੍ਰੈਸ਼ਰ, 3 ਪ੍ਰਿਸਕ੍ਰਿਪਸ਼ਨਸ ਤੇ ਉਹ ਆ ਗਿਆ। ਉਹਨਾਂ ਤਿੰਨੋਂ ਪ੍ਰਿਸਕ੍ਰਿਪਸ਼ਨਸ ਦੇ ਅਫੈਕਟ ਦ ਟੈਸਟੋਸਟੇਰੋਨ ਲੈਵਲਸ ਜੀ। ਅੱਜ ਦੀ ਉਹ ਜਿਹੜੀ ਕੰਡੀਸ਼ਨ ਲੈ ਕੇ ਸਾਡੇ ਕੋਲ ਆਏ ਵੀ ਮੈਨੂੰ ਟੈਸਟੋਸਟੇਰੋਨ ਲੈਵਲਸ ਮੇਰੇ ਠੀਕ ਕਰ ਦਿਓ, ਦੇ ਆਰ ਬਿਕਾਜ਼ ਆਫ ਵਾਟ ਯੂ ਆਰ ਗੋਇੰਗ ਥਰੂ। ਸੋ ਜੇ ਉਹਦੀ ਇਨੀਸ਼ੀਅਲ ਅਸੈਸਮੈਂਟ ਹੋਮਿਓਪੈਥੀ ਨਾਲ ਹੋਈ ਹੋਵੇ ਤਾਂ ਇਹ ਤਿੰਨੋਂ ਚੀਜ਼ਾਂ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਤੇ ਅੱਜ ਵੀ ਜੇ ਆਪਾਂ ਹੁਣ ਉਹਨਾਂ ਨੂੰ ਹੌਲੀ-ਹੌਲੀ ਟ੍ਰੀਟ ਕਰਦੇ ਆ ਤਾਂ ਇਹ ਤਿੰਨੋਂ ਚੀਜ਼ਾਂ ਰਿਵਰਸ ਹੋ ਸਕਦੀਆਂ ਕਿਉਂਕਿ ਇਹ ਸਿਸਟੈਮਿਕ ਹੈਲਥ ਇਸ਼ੂਜ਼ ਜਿਹੜੇ ਨੇ ਉਹ ਫੇਜ਼ਿਕ ਰਿਲੇਟਡ ਟੂ ਹਿਸ ਮੈਂਟਲ ਹੈਲਥ ਹੈਗੇ। ਸੋ ਮਾਈਂਡ ਨੂੰ ਟ੍ਰੀਟ ਕਰਕੇ ਇਹਨਾਂ ਨੂੰ ਰਿਵਰਸ ਕੀਤਾ ਜਾ ਸਕਦਾ। ਸੋ ਜਿਹੜੇ ਪ੍ਰਿਸਕ੍ਰਿਪਸ਼ਨ ਲੈ ਰਹੇ ਨੇ ਜੀ, ਮਲਟੀ ਪ੍ਰਿਸਕ੍ਰਿਪਸ਼ਨ ਲੈ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਹੋਮਿਓਪੈਥੀ ਕਿਵੇਂ ਉਹਨਾਂ ਦੀ ਮਦਦ ਕਰ ਸਕਦੀ ਹੈ? ਆਬਵੀਅਸਲੀ ਇਹ ਚੀਜ਼ ਸਿਚੁਏਸ਼ਨ ਜਿਹੜੀ ਹੈ ਕੇਸ ਟੂ ਕੇਸ ਵੇਰੀ ਕਰਦੀ ਹੈ। ਕੇਸ ਦੀ ਆਪਾਂ ਤੁਹਾਨੂੰ ਐਗਜ਼ਾਮਪਲ ਦਿੱਤੀ, ਕੁਝ ਦੀ ਆਪਾਂ ਗੱਲ ਪਹਿਲਾਂ ਵੀ ਕੀਤੀ ਜੀ। ਸੋ ਬਟ ਯੈਸ ਤੁਸੀਂ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ। ਪ੍ਰਿਸਕ੍ਰਿਪਸ਼ਨ ਦਵਾਈਆਂ ਵੀ ਆਰ ਨਾਟ ਗੋਇੰਗ ਟੂ ਟੱਚ ਯਰ ਪ੍ਰਿਸਕ੍ਰਿਪਸ਼ਨ, ਉਹ ਜਿਸ ਤਰ੍ਹਾਂ ਤੁਹਾਡੇ ਡਾਕਟਰ ਨੇ ਦਿੱਤੀਆਂ ਨੇ ਉਹ ਲੈਣੀਆਂ ਨੇ। ਉਹਨਾਂ ਦੇ ਨਾਲ ਕੀ ਚੈਲੰਜਸ ਚੱਲ ਰਹੇ ਪਹਿਲਾਂ ਤਾਂ ਉਹਨਾਂ ਨੂੰ ਦੂਰ ਕਰੀਏ ਕਿ ਇਹ ਖਾਂਦਿਆਂ ਵੀ ਮੇਰੀ ਨੀਂਦ ਹਾਲੇ ਵੀ ਚੰਗੀ ਨਹੀਂ, ਇਹ ਖਾਂਦਿਆਂ ਵੀ ਮੈਨੂੰ ਕਬਜ਼ ਰਹਿੰਦੀ ਹੈ, ਇਹ ਖਾਂਦਿਆਂ ਵੀ ਮੈਂ ਸਟ੍ਰੈਸ 'ਚ ਰਹਿਣਾ ਹੈ, ਖਾਂਦਿਆਂ ਵੀ ਮੇਰਾ ਫੋਕਸ ਨਹੀਂ ਬਣਦਾ। ਸੋ ਪਹਿਲਾਂ ਤਾਂ ਇਹਨਾਂ ਨੂੰ ਵੀ ਹੈਵ ਟੂ ਸੀ। ਸੋ ਉਹ ਅਸੈਸਮੈਂਟ ਤੁਹਾਡੇ ਆਪਣੀ ਪਰਸਨਲ ਹੋਏਗੀ, ਤੁਹਾਡੀ ਕੇਸ ਹਿਸਟਰੀ ਤੇ ਹੋਏਗੀ, ਤੁਹਾਡੀ ਫੈਮਿਲੀ ਹਿਸਟਰੀ ਤੇ ਹੋਏਗੀ ਐਂਡ ਡੈਫੀਨੇਟਲੀ ਹੋਮਿਓਪੈਥੀ ਕੈਨ ਹੈਲਪ ਯੂ ਅ ਲੋਟ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਦੋਸਤੋ, ਉਮੀਦ ਹੈ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਸੋ ਕੋਈ ਵੀ ਜਿਹੜੀ ਚਾਹੇ ਤੁਸੀਂ ਪ੍ਰਿਸਕ੍ਰਿਪਸ਼ਨ ਲੈਣੀ ਹੈ ਜਾਂ ਫਿਰ ਤੁਸੀਂ ਕਾਊਂਟਰ ਤੋਂ ਲੈਂਦੇ ਹੋ ਜਾਂ ਫਿਰ ਕਿਸੇ ਦੇ ਕਹੇ ਕਹਾਏ ਬਗੈਰ ਗੱਲੋਂ ਜਿਹੜਾ ਜੀ ਉਹ ਪੇਟ ਦੇ ਅੰਦਰ ਨਾ ਸਿੱਟੋ। ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਵੀ ਦਵਾਈ ਜਿਹੜੀ ਹੈ ਜੀ ਉਹ ਖਾਣੀ ਲਾਹੇਵੰਦ ਨਹੀਂ। ਹਾਂ, ਉਹਦੇ ਸਾਈਡ ਇਫੈਕਟਸ ਦੇ ਵਿੱਚ ਜਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਹੋਮਿਓਪੈਥੀ ਕਿਵੇਂ ਮਦਦ ਕਰ ਸਕਦੀ ਹੈ, ਤੁਸੀਂ ਪਰਮਿੰਦਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। 647 856 2516 856 2516 ਦਾ ਫੋਨ ਨੰਬਰ ਹੈ। 145 ਕਲੀਅਰੈਂਸ ਸਟਰੀਟ ਤੇ ਯੂਨਿਟ ਨੰਬਰ 26 ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਕੈਨੇਡੀ ਤੇ ਕਲੀਅਰੈਂਸ ਦੇ ਬਿਲਕੁਲ ਲਾਗੇ ਲਿਖਿਆ ਅੱਗੇ ਜੀ। ਬਿਲਕੁਲ ਜੀ। ਰੱਬ ਰੱਖਾ।